ਭੁਪਿੰਦਰ ਸਿੰਘ ਰੈਣਾ ਦਾ ਨਾਵਲ ਸੱਧਰਾਂ ਦੀ ਡੋਲੀ ਦਾ 6ਵਾਂ ਅੰਗ। ਦਿਨ ਬੀਤਦੇ ਗਏ। ਜੀਤੂ ਦਾ ਮਨ ਤੇ ਤਨ ਵੀ ਪਿਸਦਾ ਗਿਆ। ਸਾਰਾ ਦਿਨ ਇੱਕ ਮਸ਼ੀਨ ਦੀ ਤਰ੍ਹਾਂ ਉਹ ਕੰਮ ਕਰਦੀ ਰਹਿੰਦੀ। ਸਵੇਰੇ ਉੱਠ ਕੇ 4 ਮੱਝਾਂ ਦਾ ਇਕੱਠਾ ਕੀਤਾ ਹੋਇਆ ਦਹੀਂ ਰਿੜਕਦੀ। ਉਹਦੀ ਸੱਸ ਤੇ ਨਨਾਣ ਉਸ ਵੇਲੇ ਬਿਸਤਰਾ ਛੱਡਦੀਆਂ ਜਦਕਿ ਜੀਤੂ ਨੇ ਸਾਰੇ ਪਰਿਵਾਰ ਦੀਆਂ ਰੋਟੀਆਂ ਪਕਾ ਲਈਆਂ ਹੁੰਦੀਆਂ। ਸਭ ਨੂੰ ਖਵਾ ਪਿਆ ਕੇ ਵਿਹਲੀ ਹੁੰਦੀ ਤਾਂ ਸਾਰੇ ਘਰ ਦੀ ਸਫਾਈ ਕਰਨੀ ਪੈਂਦੀ। ਸਫਾਈ ਕਰਕੇ ਹਟਦੀ ਦੁਪਹਿਰ ਦੀ ਰੋਟੀ ਪਕਾਉਣ ਲੱਗ ਜਾਂਦੀ। ਕਿੰਨੇ ਹੀ ਕੰਮ ਕਰਨ ਆਉਂਦੇ, ਸਭ ਦੀ ਰੋਟੀ ਜੀਤੋ ਨੂੰ ਪਕਾਉਣੀ ਪੈਂਦੀ। ਕੁਝ ਕਮੀ ਰਹਿ ਜਾਂਦੀ ਤਾਂ 3-4 ਘੰਟੇ ਬੋਲੀਆਂ ਤੇ ਤਾਨੇ ਸੁਣਨੇ ਪੈਂਦੇ। ਮਾਂ ਪਿਓ ਦੀਆਂ ਗਾਲਾਂ ਖਾਣੀਆਂ ਪੈਂਦੀਆਂ, ਪਰ ਉਹ ਕਦੀ ਵੀ ਨਾ ਕੁਸਕਦੀ ਤੇ ਅੰਦਰ ਹੀ ਅੰਦਰ ਰੋਂਦੀ ਰਹਿੰਦੀ। ਸਭ ਕੁਝ ਸਹਿਣ ਕਰ ਲੈਂਦੀ। ਰੋਟੀਆਂ ਪਕਾ ਕੇ ਥੱਕ ਜਾਂਦੀ। ਸਿਰ 'ਤੇ 10 ਦੀ ਰੋਟੀ ਲੈ ਕੇ ਖੇਤਾਂ 'ਤੇ ਜਾਂਦੀ। ਧੁੱਪ 'ਚ ਮੁੜਕੇ ਨਾਲ ਉਹਦੇ ਕੱਪੜੇ ਭਿੱਜ ਜਾਂਦੇ, ਮੂੰਹ ਲਾਲ ਹੋ ਜਾਂਦਾ, ਅੱਖਾਂ ਸੜਨ ਲੱਗਦੀਆਂ, ਸਿਰ ਦੁਖਣ ਲੱਗਦਾ, ਲੱਤਾਂ ਪੀੜ ਕਰਨ ਲੱਗਦੀਆਂ। ਕਿਸੇ ਦਰਖਤ ਦੀ ਛਾਵੇਂ ਬੈਠ ਕੇ ਰੋਟੀ ਖਵਾਉਂਦੀ ਤਾਂ 5 ਮਿੰਟ ਉਹ ਵੀ ਸਾਹ ਲੈ ਲੈਂਦੀ। ਘਰ ਆਉਣ ਤੱਕ ਫਿਰ ਚਾਹ ਦਾ ਵੇਲਾ ਹੋ ਜਾਂਦਾ। ਚਾਹ ਦਾ ਵੇਲਾ ਲੰਘਾ ਕੇ ਸ਼ਾਮ ਦੀ ਰੋਟੀ ਮਗਰ ਲੱਗ ਜਾਂਦੀ। ਸਭ ਨੂੰ ਖਵਾ ਕੇ ਆਪ ਜੋ ਕੁਝ ਬਚਦਾ ਖਾ ਲੈਂਦੀ। ਕਦੀ ਤਾਂ ਉਹਨੂੰ ਭੁੱਖੀ ਰਹਿਣਾ ਪੈਂਦਾ। 4-5 ਦਰਜਨ ਭਾਂਡੇ ਮਾਂਜ ਕੇ ਜਦ ਤੱਕ ਵਿਹਲੀ ਹੁੰਦੀ, ਸਾਰੇ ਸੌਂ ਚੁੱਕੇ ਹੁੰਦੇ। ਦਿਨ ਦੀ ਥੱਕੀ ਹੋਈ ਆਪਣੇ ਕਮਰੇ 'ਚ ਜਦੋਂ ਪਹੁੰਚਦੀ ਤਾਂ ਰਾਜੇ ਦੀ ਦੂਜੀ ਨੀਂਦ ਹੁੰਦੀ। ਉਹਦੇ ਪੈਰਾਂ ਨੂੰ ਘੁੱਟਦੀ ਹੋਈ ਆਪ ਵੀ ਸੌਂ ਜਾਂਦੀ। ਇਹ ਸੀ ਜੀਤੋ ਦੀ ਨਵੀਂ ਜ਼ਿੰਦਗੀ। ਉਸ ਜੀਤੋ ਦੀ ਜਿਹਦੇ ਨਾਸ ਤੇ ਨਖਰੇ ਉਹਦਾ ਪਿਓ ਸਦਾ ਹੀ ਚੁੱਕਦਾ ਸੀ, ਜਿਹੜੀ ਪਾਣੀ ਦੀ ਤਰ੍ਹਾਂ ਚੰਚਲ ਤੇ ਫੁੱਲਾਂ ਦੀ ਤਰ੍ਹਾਂ ਸੋਹਲ ਸੀ। ਆਪਣੀ ਮਰਜ਼ੀ ਨਾਲ ਕੰਮ ਕਰਦੀ, ਨਹੀਂ ਤਾਂ ਕੱਖ ਭੰਨ ਕੇ ਦੋਹਰਾ ਨਾ ਕਰਦੀ। ਕੋਈ ਗੁੱਸੇ ਨਾਲ ਕਦੀ ਕੁਝ ਕਹਿੰਦਾ ਤਾਂ ਕਈ ਦਿਨ ਉਸ ਨਾਲ ਨਾ ਬੋਲਦੀ। ਉਹ ਜੀਤੋ ਹੁਣ ਕਿੰਨੀ ਕਠੋਰ ਹੋ ਗਈ ਸੀ, ਕਿੰਨੀ ਸਹਿਨਸ਼ੀਲ ਹੋ ਗਈ ਸੀ, ਕਿੰਨਾ ਕੰਮ ਕਰਦੀ ਸੀ, ਪਰ ਉਹ ਕਦੀ ਵੀ ਕਿਸੇ ਅੱਗੇ ਗਿਲਾ ਨਾ ਕਰਦੀ ਤੇ ਕਹਿੰਦੀ ਵੀ ਕਿਹਨੂੰ। ਉਹਦੀ ਫਰਿਆਦ ਸੁਣਨ ਵਾਲਾ ਉੱਥੇ ਕੌਣ ਸੀ? ਉਹਦੇ ਨਾਜ਼ ਤੇ ਨਖਰੇ ਕਿਹੜਾ ਮੰਨਦਾ ਸੀ? ਹਰ ਇੱਕ ਸਵਾਲ ਦਾ ਜਵਾਬ ਹੌਕਾ ਭਰ ਕੇ ਦਿੰਦੀ। ਹਰ ਇੱਕ ਦਾ ਜਵਾਬ ਉਹਦੀ ਬਦਕਿਸਮਤੀ ਸੀ। ਕਦੀ ਕਦੀ ਤਾਂ ਉਹ ਰੱਬ ਤੋਂ ਵੀ ਖਿਝ ਜਾਂਦੀ, ਰੱਬ ਨੂੰ ਵੀ ਗਾਲਾਂ ਕੱਢਦੀ ਜਿਹਨੇ ਉਹਨੂੰ ਇਸ ਧਰਤੀ 'ਤੇ ਮੁਸੀਬਤਾਂ ਸਹਿਣ ਨੂੰ ਘੱਲਿਆ ਸੀ। ਉਹ ਰੱਬ ਤੋਂ ਪੁੱਛਦੀ ਕਿ ਉਹਨੇ ਕਿਉਂ ਜੀਤੋ ਨੂੰ ਕੁੜੀ ਬਣਾਇਆ। ਜੇ ਮੁੰਡਾ ਬਣਾ ਦਿੰਦਾ ਤਾਂ ਕੀ ਥੁੜ ਜਾਣਾ ਸੀ? ਕਿਹੜਾ ਖਜ਼ਾਨਾ ਰੱਬ ਦਾ ਖਾਲੀ ਹੋ ਜਾਣਾ ਸੀ? ਕਿਉਂ ਰੱਬ ਨੇ ਉਹਦੇ ਪਿਓ ਨੂੰ ਉਹ ਤੋਂ ਖੋਹ ਲਿਆ, ਰੁਲਣ ਲਈ ਛੱਡ ਦਿੱਤਾ? ਕਿਉਂ ਕਿਸਮਤ ਨੇ ਉਸ ਨਾਲ ਮਖੌਲ ਕੀਤਾ? ਆਪਣਾ ਸੰਜੋਗ ਉਜਾੜ ਕੇ ਉਹਨੇ ਭੈਣ ਨੂੰ ਸੁਹਾਗ ਦੇ ਦਿੱਤਾ। ਇਹ ਸਭ ਕਿਉਂ ਹੋਇਆ? ਰੱਬ ਤੋਂ ਪੁੱਛ ਕੇ ਉਹ ਰੋ ਪੈਂਦੀ, ਹੱਥਾਂ ਵੱਲ ਵੇਖਦੀ। ਉਹਨੂੰ ਉਹ ਵੇਲਾ ਯਾਦ ਆ ਜਾਂਦਾ ਜਦ ਕਿ ਕਰਨੈਲ ਨੇ ਉਹਦਿਆਂ ਹੱਥਾਂ ਨੂੰ ਆਪਣੇ ਹੱਥਾਂ 'ਚ ਲੈ ਕੇ ਕਿਹਾ ਸੀ, ਜੀਤੋ, ਇਹੋ ਜਿਹਾ ਕੋਈ ਕੰਮ ਨਾ ਕਰਿਆ ਕਰ ਜਿਸ ਨਾਲ ਤੇਰੇ ਹੱਥਾਂ ਦੀ ਕੋਮਲਤਾ ਖਰਾਬ ਹੋ ਜਾਏ। ਇਹਨਾਂ ਨੂੰ ਸੰਭਾਲ ਕੇ ਰੱਖੀ। ਇਹਨਾਂ ਨੂੰ ਵੀ ਪਰਮਾਤਮਾ ਨੇ ਆਪ ਬਣਾਇਆ ਹੈ। ਉਹਨੂੰ ਆਪਣੇ ਆਪ ਤੋਂ ਨਫ਼ਰਤ ਹੋ ਜਾਂਦੀ। ਉਹ ਬੜਬੜਾ ਉੱਠਦੀ। ਪਰਮਾਤਮਾ ਨੇ ਤਾਂ ਇਹਨਾਂ ਹੱਥਾਂ ਨੂੰ ਕੰਮ ਕਰਨ ਲਈ ਬਣਾਇਆ ਸੀ, ਉਹ ਵੀ ਇੰਨਾ ਕੰਮ ਕਿ ਹੱਥ ਕੰਮ ਕਰਕੇ ਤਬਾਹ ਹੋ ਜਾਣ। ਫਿਰ ਮੈਂ ਇਹਨਾਂ ਨੂੰ ਸੰਭਾਲ ਕੇ ਕਿੰਝ ਰੱਖਦੀ? ਜੀਤੋ ਕੰਮ 'ਚ ਇੰਨੀ ਰੁੱਝੀ ਰਹਿੰਦੀ ਕਿ ਵਿਚਾਰੀ ਨੂੰ ਵਾਲ ਵਾਹੁਣ ਦਾ ਵਕਤ ਵੀ ਨਾ ਮਿਲਦਾ। ਕਿਤੇ ਮਹੀਨੇ ਮਗਰੋਂ ਸਿਰ ਧੋ ਲੈਂਦੀ। ਛਮਕਾਂ ਵਰਗੇ ਵਾਲ ਇਕੱਠੇ ਹੋ ਕੇ ਭੁੰਡਾਂ ਦੇ ਛੱਜੇ ਵਰਗੇ ਹੋ ਗਏ ਸੀ। ਜੂਆਂ ਨੇ ਤਾਂ ਸਿਰ ਵਿੱਚ ਵੀ ਮੂਰੀਆਂ ਕਰ ਛੱਡੀਆਂ ਸਨ। ਵਿਚਾਰੀ ਨੂੰ ਦਿਨੇ ਜੂਆਂ ਖੁਰਕਣ ਦਾ ਵੀ ਵਕਤ ਨਹੀਂ ਸੀ ਤੇ ਹੌਲੀ ਹੌਲੀ ਜੀਤਾ ਦਾ ਚਿਹਰਾ ਉਤਰਦਾ ਗਿਆ। ਉਹਦੇ ਬੁੱਲ੍ਹਾਂ ਦੀ ਸੰਧੂਰੀ ਰੰਗਤ ਫਿੱਕੀ ਪੈ ਗਈ। ਗੱਲਾਂ ਦੀ ਲਾਲੀ ਪੀਲੀ ਹੋ ਗਈ। ਅੱਖਾਂ ਦੇ ਆਲੇ ਦੁਆਲੇ ਕਾਲੇ ਟੋਏ ਪੈ ਗਏ ਜਿਹੜੇ ਕਿ ਵੇਖਣ ਵਾਲੇ ਨੂੰ ਡਰਾ ਦਿੰਦੇ ਸਨ। ਉਹਦੇ ਸਰੀਰ ਦਾ ਮਾਸ ਸੁੱਕ ਕੇ ਪਿੰਜਰ ਦੀ ਸੂਰਤ ਧਾਰਦਾ ਜਾ ਰਿਹਾ ਸੀ। ਆਪਣੀ ਸੂਰਤ ਅਗਰ ਕਦੀ ਉਹ ਸ਼ੀਸ਼ੇ ਦੇ ਕਿਸੇ ਟੁੱਟੇ ਭੱਜੇ ਟੁਕੜੇ 'ਚ ਵੇਖਦੀ, ਡਰ ਜਾਂਦੀ। ਉਹਨੂੰ ਇੰਝ ਲੱਗਦਾ ਜਿਵੇਂ ਉਹ ਬੁੱਢੀ ਹੋ ਗਈ ਹੈ। ਰਾਤ ਨੂੰ ਇਹ ਸੋਚ ਕੇ ਕਮਰੇ 'ਚ ਜਾਂਦੀ ਕਿ ਰਾਜੇ ਨਾਲ ਉਹ ਆਪਣਾ ਦੁੱਖ ਵੰਡਾ ਕੇ ਦਿਲ ਨੂੰ ਹਲਕਾ ਕਰੇਗੀ, ਪਰ ਉਹਦੇ ਜਾਣ ਤੋਂ ਪਹਿਲਾਂ ਹੀ ਉਹ ਸੌਂ ਗਿਆ ਹੁੰਦਾ। ਉਹਦੇ ਅੰਦਰ ਦੀ ਜਵਾਨ ਔਰਤ ਮੱਛੀ ਵਾਂਗ ਤੜਪ ਪੈਂਦੀ, ਬਿਸਤਰੇ 'ਤੇ ਪੈ ਕੇ ਇੰਝ ਤੜਪਦੀ ਜਿਵੇਂ ਮੱਛੀ ਰੇਤ 'ਤੇ ਪੇਲਦੀ ਹੈ, ਪਾਣੀ ਦੀ ਇੱਕ ਬੂੰਦ ਲਈ ਤਰਸਦੀ ਹੈ। ਜੀਤੋ ਪਿਆਰ ਬਿਨਾਂ ਤਰਸ ਉੱਠੀ। ਉਹਦੀ ਆਤਮਾ ਦੀ ਪਿਆਸ ਵੱਧਦੀ ਜਾਂਦੀ ਸੀ, ਪਰ ਰਾਜਾ ਮਿਟਾਉਂਦਾ ਨਹੀਂ ਸੀ। ਪਤਾ ਨਹੀਂ ਕੀ ਕਾਰਨ ਸੀ। ਉਹਨੂੰ ਆਪਣੇ ਪੇਕੇ ਘਰੋਂ ਆਇਆਂ 6 ਮਹੀਨੇ ਹੋ ਗਏ।
ਇਸ ਰੁੱਖੇ ਤੇ ਸੁੱਕੇ ਜੀਵਨ ਤੋਂ ਬਹੁਤ ਤੰਗ ਆ ਗਈ। ਉਹਦਾ ਮਨ ਪੇਕੇ ਜਾਣ ਨੂੰ ਬਹੁਤ ਕਰਦਾ ਸੀ। ਉਹ ਇਹਦਾ ਵੀ ਬਿਆਨ ਨਹੀਂ ਸੀ ਕਰ ਸਕਦੀ। ਕਿਵੇਂ ਉਹ ਪੇਕੇ ਸੁਨੇਹਾ ਘੱਲੇ, ਇਹ ਵੀ ਇੱਕ ਸਮੱਸਿਆ ਸੀ। ਵਿਚਾਰੀ ਪੜ੍ਹੀ ਲਿਖੀ ਵੀ ਤਾਂ ਨਹੀਂ ਸੀ ਕਿ ਖਾਤੀ ਲਿਖ ਛੱਡਦੀ। ਫਿਰ ਇੱਕ ਦਿਨ ਰੱਬ ਨੇ ਉਹਦੀ ਪੁਕਾਰ ਸੁਣ ਹੀ ਲਈ। ਉਹਦੇ ਪਿੰਡੋਂ ਇੱਕ ਆਦਮੀ ਉਹਨੂੰ ਲੈਣ ਆਇਆ। ਰਿਸ਼ਤੇ 'ਚੋਂ ਜੀਤੋ ਦਾ ਭਰਾ ਸੀ। ਇਹੋ ਹੀ ਆਦਮੀ ਉਹਦੀ ਡੋਲੀ ਨਾਲ ਆਇਆ ਸੀ ਤੇ ਜੀਤੋ ਨੂੰ ਇਹਨਾਂ ਜਲਾਦਾਂ ਦੇ ਸਪੁਰਦ ਕਰਨ। ਉਹਨੂੰ ਵੇਖ ਕੇ ਜੀਤੋ ਸਾਰੇ ਦੁੱਖ ਦਰਦ ਭੁੱਲ ਗਈ। ਉਸ ਲਈ ਤਾਂ ਜਿਵੇਂ ਈਦ ਦਾ ਚੰਨ ਚੜ੍ਹ ਗਿਆ। 6 ਮਹੀਨਿਆਂ 'ਚ ਪਹਿਲੀ ਵਾਰ ਉਹਨੇ ਆਪਣੇ ਪਿੰਡ ਦੇ ਕਿਸੇ ਬੰਦੇ ਦਾ ਮੂੰਹ ਵੇਖਿਆ ਸੀ। ਉਸ ਵੇਲੇ ਤੋਂ ਆਪਣੇ ਜੀਵਨ ਦਾ ਸਾਰਾ ਖਜ਼ਾਨਾ ਹੀ ਉਸ ਲਈ ਲੁਟਾ ਦਿੰਦੀ। ਅਗਰ ਉਹਦੇ ਪਿੰਡ ਦਾ ਕੋਈ ਕਾਮਾ ਵੀ ਆ ਜਾਂਦਾ ਤਾਂ ਉਹਨੂੰ ਵੀ ਉਹ ਪਰਮਾਤਮਾ ਸਮਝਦੀ। ਖੁਸ਼ੀ ਨਾਲ ਉਹਦੇ ਦਿਲ ਦੇ ਪੰਖੇਰੂ ਉੱਡ ਕੇ ਅਸਮਾਨ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੇ ਸਨ। ਜੀਤੋ ਆਪਣੇ ਆਪ ਨੂੰ ਧਰਤੀ 'ਤੇ ਨਹੀਂ ਬਲਕਿ ਆਕਾਸ਼ 'ਤੇ ਸਮਝ ਰਹੀ ਸੀ। ਪਿਆਰ ਤੇ ਮਮਤਾ ਦੇ 2 ਅੱਥਰੂ ਉਹਦੇ ਸੀਨੇ ਵਿੱਚੋਂ ਉੱਠ ਕੇ ਅੱਖਾਂ ਦੀਆਂ ਪਲਕਾਂ 'ਤੇ ਰੁਕੇ। ਜਿਉਂ ਹੀ ਉਹਨੇ ਕੁਝ ਕਹਿਣਾ ਚਾਹਿਆ, ਪਲਕਾਂ 'ਤੇ ਰੁਕੇ ਦੋਵੇਂ ਮੋਤੀ ਟੁੱਟ ਕੇ ਗੱਲ੍ਹਾਂ 'ਤੇ ਫੈਲ ਗਏ। ਇਹਨਾਂ ਹੰਝੂਆਂ ਦੇ ਡਿੱਗਣ ਨਾਲ ਹੀ ਜੀਤੋ ਦੇ ਮਨ ਤੋਂ ਕਿੰਨਾ ਹੀ ਭਾਰ ਹੌਲਾ ਹੋ ਗਿਆ। ਜੀਤੋ ਕੇਵਲ ਇੰਨਾ ਹੀ ਕਹਿ ਸਕੀ, ਵੀਰਾ ਮੇਰੀ ਬੀਬੀ ਤਗੜੀ ਹੈ। ਹਾਂ ਜੀਤੋ ਠੀਕ ਹੈ, ਪਰ ਤੈਨੂੰ ਕੀ ਹੋਇਆ? ਬੜੀ ਮਾੜੀ ਹੋਈ ਹੈ। ਐਵੇਂ ਕੋਈ ਗੱਲ ਤੇ ਨਹੀਂ, ਜੀਤੋ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ। ਜੀਤੋ ਅੱਜ ਪਹਿਲੀ ਵਾਰ ਮੈਂ ਤੇਰੀਆਂ ਅੱਖਾਂ 'ਚ ਅੱਥਰੂ ਵੇਖਿਆ। ਤੂੰ ਸੁਖੀ ਤਾਂ ਹੈ? ਉਹਨੇ ਪੁੱਛਿਆ। ਬਹੁਤ ਸੁਖੀ ਹਾਂ ਵੀਰਾ, ਮੇਰੇ ਵਰਗੀ ਕਿਸਮਤ ਕਿਹਦੀ ਹੋਣੀ ਹੈ। ਇਸ ਪਿੰਡ ਦੇ ਸਰਪੰਚ ਦੀ ਨੂੰਹ ਆ। ਅੱਖਾਂ 'ਚ ਅੱਥਰੂ ਤਾਂ ਤੈਨੂੰ ਵੇਖ ਕੇ ਉਮੜ ਆਏ। ਮੇਰਾ ਆਪਣਾ ਕੋਈ ਵੀਰ ਹੁੰਦਾ ਕਿੰਨੀ ਵਾਰੀ ਮਿਲ ਗਿਆ ਹੁੰਦਾ। ਬਸ ਇਹੋ ਹੀ ਸੋਚ ਕੇ ਅੱਖਾਂ ਗਿੱਲੀਆਂ ਹੋ ਗਈਆਂ। ਤੂੰ ਬੜੀ ਸਿਆਣੀ ਹੋ ਗਈ ਜੀਤੋ। ਇੰਜ ਲੱਗਦਾ ਹੈ ਤੇਰੀ ਸੱਸ ਬੜੀ ਸਿਆਣੀ ਹੈ ਜਿਹਨੇ ਤੈਨੂੰ ਸਿੱਧਾ ਕਰਤਾ। ਹਾਂ ਬੜੀ ਸਿਆਣੀ ਹੈ, ਅਕਲ ਦਾ ਗੋਦਾਮ ਹੈ ਉਹਦੇ ਕੋਲ। ਤੀਰ ਵਾਂਗ ਸਿੱਧਾ ਕਰਤਾ ਤਾਂ ਕਿ ਮੈਂ ਕਦੀ ਵਿੰਗੀ ਨਾ ਹੋ ਸਕਾਂ। ਦੋਵੇਂ ਹੱਸ ਪਏ। ਜੀਤੋ ਨੇ ਫੇਰ ਕਿਹਾ, ਅੱਜ ਤੂੰ ਕਿਵੇਂ ਰਾਹ ਭੁੱਲ ਗਿਆ? ਜੀਤੋ ਮੈਨੂੰ ਤੇਰੀ ਬੀਬੀ ਨੇ ਘੱਲਿਆ, ਤੈਨੂੰ ਲੈਣ ਆਇਆ। ਕੈਲਾ ਭਾਊ ਬੜਾ ਬਿਮਾਰ ਹੈ। ਸੁਣ ਕੇ ਜੀਤੋ ਦੇ ਪੈਰਾਂ ਹੇਠੋਂ ਧਰਤੀ ਨਿਕਲ ਗਈ। ਉਹਦੀਆਂ ਅੱਖਾਂ ਪਥਰਾ ਗਈਆਂ। ਸਿਰਫ ਬੋਲੀ, ਕਦੋਂ ਦਾ ਬਿਮਾਰ ਹੈ? ਬਹੁਤ ਦਿਨ ਹੋ ਗਏ, ਬੜੇ ਇਲਾਜ ਕੀਤੇ ਪਰ ਕੋਈ ਫਾਇਦਾ ਨਹੀਂ ਹੋਇਆ। ਹੁਣ ਹਾਲਤ ਵਿਗੜ ਗਈ ਹੈ। ਜਦੋਂ ਅੱਖਾਂ ਖੋਲ੍ਹਦਾ ਤੇਰਾ ਪੁੱਛਦਾ ਹੈ। ਛੇਤੀ ਤਿਆਰ ਹੋ ਜਾ ਜੀਤੋ, ਸ਼ਾਮ ਤੱਕ ਘਰ ਪਹੁੰਚਣਾ ਹੈ। ਮੈਂ ਜਦੋਂ ਆਇਆ ਤਾਂ ਬੇਹੋਸ਼ ਪਿਆ ਸੀ। ਜੀਤੋ ਦਾ ਮਨ ਕੀਤਾ ਉੱਡ ਕੇ ਟਾਂਡੇ ਪਹੁੰਚ ਜਾਏ, ਪਰ ਮਨ ਤਾਂ ਜੰਜੀਰਾਂ 'ਚ ਬੱਝਾ ਸੀ, ਕਿਵੇਂ ਉੱਡ ਸਕਦਾ? ਜੀਤੋ ਨੇ ਫੇਰ ਪੁੱਛਿਆ, ਵੀਰਾ ਕੀ ਤਕਲੀਫ ਹੈ ਜੀਜੇ ਨੂੰ? ਕੁਝ ਸਮਝ ਨਹੀਂ ਆਉਂਦੀ ਜੀਤੋ। ਬਸ ਪਿੰਜਰ ਹੀ ਬਣ ਗਿਆ ਸੁੱਕ ਕੇ। ਪਤਾ ਨਹੀਂ ਕਿਹੜੀ ਚੀਜ਼ ਹੈ ਜਿਹੜੀ ਉਹਨੂੰ ਅੰਦਰ ਹੀ ਅੰਦਰ ਘੁਣ ਵਾਂਗ ਖਾਈ ਜਾਂਦੀ ਹੈ। ਮੈਨੂੰ ਤਾਂ ਦਿੰਦਾ ਹੈ ਕਿਸੇ ਨੇ ਕੋਈ ਜਾਦੂ ਟੂਣਾ ਹੀ ਉੱਤੇ ਕਰ ਦਿੱਤਾ ਹੈ। ਪਰ ਜੀਤੋ ਇਹ ਵੇਲਾ ਗੱਲਾਂ ਦਾ ਨਹੀਂ, ਤੂੰ ਛੇਤੀ ਤਿਆਰ ਹੋ ਜਾ। ਮੈਂ ਪੁੱਛਣ ਬਿਨਾਂ ਕਿਵੇਂ ਤਿਆਰ ਹੋ ਸਕਦੀ ਹਾਂ? ਹਾਂ ਮੈਂ ਤਾਂ ਪੁੱਛਣਾ ਭੁੱਲ ਹੀ ਗਿਆ। ਕਿੱਥੇ ਗਏ ਤੇਰੇ ਘਰ ਦੇ ਸਾਰੇ? ਬੰਦੇ ਤਾਂ ਵਾਢੀ ਕਰਨ ਗਏ ਨੇ ਤੇ ਬੀਬੀ ਕਿਸੇ ਦੇ ਘਰ ਗਈ ਹੈ, ਹੁਣੇ ਆਉਣ ਵਾਲੀ ਹੈ। ਦੱਸ ਤੇਰੇ ਲਈ ਕੀ ਲਿਆਵਾਂ ਬਣਾ ਕੇ? ਮੈਨੂੰ ਕੁਛ ਨਹੀਂ ਚਾਹੀਦਾ। ਜੀਤੋ ਉਹਦੇ ਨਾਲ ਬੋਲ ਰਹੀ ਸੀ ਪਰ ਉਹਦੀ ਆਤਮਾ ਟਾਂਡੇ ਪਹੁੰਚੀ ਹੋਈ ਸੀ, ਕਰਨੈਲ ਦੇ ਕੋਲ ਸੀ। ਜੀਤੋ ਪੀੜੀ ਤੋਂ ਉੱਠੀ ਤਾਂ ਬੀਬੀ ਆ ਗਈ। ਮੁੰਡੇ ਨੂੰ ਉਹਨੇ ਪਛਾਣ ਲਿਆ। ਜੀਤੋ ਦੇ ਪੇਕਿਆਂ ਤੋਂ ਆਇਆ ਤੇ ਬਾਂਹ ਘੁਮਾਉਂਦੀ ਹੋਈ ਕੋਲ ਆ ਗਈ। ਵਾਰੇ ਜਾਵਾਂ ਆਪਣੇ ਪੁੱਤ ਤੋਂ ਮਾਂ ਸਦਕੇ, ਕਦੋਂ ਆਇਆ ਮੇਰਾ ਲਾਲ? ਚਾਚੀ ਹੁਣੇ ਹੀ ਆਇਆ, ਮੁੰਡੇ ਨੇ ਜਵਾਬ ਦਿੱਤਾ। ਕੀ ਗੱਲ, ਕੋਈ ਵੀ ਜੀਤੋ ਦੇ ਪੇਕਿਆਂ ਤੋਂ ਪਿਛਲੇ 6 ਮਹੀਨਿਆਂ ਤੋਂ ਨਹੀਂ ਆਇਆ? ਕੀ ਜੀਤੋ ਨੂੰ ਸਾਰੇ ਭੁੱਲ ਗਏ? ਨਹੀਂ ਚਾਚੀ, ਇਹ ਗੱਲ ਨਹੀਂ, ਕਿਸੇ ਨੂੰ ਵੇਲ ਹੀ ਨਹੀਂ ਮਿਲਦੀ। ਫਿਰ ਜੀਤੋ ਨੂੰ ਤੁਸੀਂ ਵੀ ਤਾਂ ਕਦੀ ਨਹੀਂ ਘੱਲਿਆ। ਕਾਕਾ ਜਦੋਂ ਦੀ ਜੀਤੋ ਸਾਡੇ ਘਰ ਆਈ ਹੈ ਬਸ ਭਾਗ ਹੀ ਲੱਗ ਗਏ। ਨਿਰੀ ਲੱਛਮੀ ਹੈ ਲੱਛਮੀ। ਅਸੀਂ ਤਾਂ ਪਿਛਲੇ ਜਨਮ 'ਚ ਕੋਈ ਚੰਗੇ ਕਰਮ ਕੀਤੇ ਹੋਣਗੇ ਜਿਹਦਾ ਚੰਗਾ ਫਲ ਮਿਲਦਾ ਹੈ। ਅਸੀਂ ਤਾਂ ਇੱਕ ਦਿਨ ਵੀ ਘਰੋਂ ਘੱਲ ਕੇ ਇਹਦੇ ਬਿਨਾਂ ਨਹੀਂ ਰਹਿ ਸਕਦੇ। ਜੀਤੋ ਤਾਂ ਸਾਡੀ ਘਰ ਦੀ ਜਾਨ ਹੈ। ਕਹਿ ਕੇ ਜੀਤੋ ਨੂੰ ਉਹਨੇ ਜੱਫੀ ਪਾ ਲਈ। ਉਹ ਤਾਂ ਚਾਚੀ ਦਿਸਦਾ ਹੀ ਹੈ। ਪਤਾ ਨਹੀਂ ਮੇਰੀ ਕੁੜਮਣੀ ਨੇ ਕਿਵੇਂ ਦਿਲ ਐਡਾ ਪੱਕਾ ਕਰ ਲਿਆ ਕਿ ਇਸ ਚੰਨ ਦੀ ਖਬਰ ਵੀ ਕਦੀ ਨਹੀਂ ਲਈ। ਪਰ ਪੁੱਤਰਾ ਤੂੰ ਜਾ ਕੇ ਜ਼ਰੂਰ ਕਹੀਂ ਵੀ ਇੱਕ ਵਾਰ ਮਿਲਣ ਤਾਂ ਆਏ। ਵਿਚਾਰੀ ਜੀਤੋ ਉਹਨੂੰ ਯਾਦ ਕਰਕੇ ਦਿਨ ਬ ਦਿਨ ਮਾੜੀ ਹੁੰਦੀ ਜਾ ਰਹੀ ਹੈ। ਇੱਥੇ ਕਿਸ ਚੀਜ਼ ਦਾ ਘੱਟ ਹੈ? ਘਰ ਦਾ ਸਾਰਾ ਕੁਝ ਇਹਦੇ ਹਵਾਲੇ ਕੀਤਾ ਹੋਇਆ। ਦੁੱਧ ਮੱਖਣ ਬੇਹੱਦ। ਇਹ ਨਹੀਂ ਕਿ ਖਾਂਦੀ ਨਹੀਂ, ਖਾਂਦੀ ਵੀ ਰੱਜ ਕੇ ਹੈ,
ਪਰ ਕੁਝ ਲੱਗਦਾ ਹੀ ਨਹੀਂ। ਜੀਤੋ, ਪ੍ਰਾਹੁਣੇ ਨੂੰ ਕੁਝ ਖਵਾਇਆ ਪਿਆਇਆ ਹੈ ਕਿ ਨਹੀਂ? ਜੀਤੋ ਦੇ ਜਵਾਬ ਦੇਣ ਤੋਂ ਪਹਿਲਾਂ ਹੀ ਮੁੰਡਾ ਬੋਲ ਪਿਆ, ਚਾਚੀ ਮੈਂ ਕੁਝ ਵੀ ਖਾਣਾ ਪੀਣਾ ਨਹੀਂ, ਮੈਨੂੰ ਬੜੀ ਛੇਤੀ ਹੈ, ਮੈਂ ਜੀਤੋ ਨੂੰ ਲੈਣ ਆਇਆ। ਕਿਉਂ? ਸੁੱਖ ਤੇ ਹੈ। ਜੀਤੋ ਦਾ ਜੀਜਾ ਬੜਾ ਬਿਮਾਰ ਹੈ। ਜੀਤੋ ਨੇ ਕਿਹੜਾ ਉਹਦੇ ਗੋਡੇ ਫੜਨੇ ਹੈ? ਜੀਤੋ ਦੀ ਇਸ ਵੇਲੇ ਉੱਥੇ ਬੜੀ ਲੋੜ ਹੈ, ਤੇ ਇੱਥੇ ਵੀ ਤਾਂ ਜੀਤੋ ਦੀ ਲੋੜ ਹੈ। ਸਾਡਾ ਕੰਮ ਤਾਂ ਜੀਤੋ ਬਿਨਾਂ ਇੱਕ ਦਿਨ ਵੀ ਨਹੀਂ ਚੱਲ ਸਕਦਾ, ਫਿਰ ਉੱਤੋਂ ਵਾਢੀਆਂ ਦੇ ਦਿਨ ਹੈ। ਜੀਤੋ ਨੂੰ ਅਸੀਂ ਕਿਵੇਂ ਘੱਲ ਸਕਦੇ ਹਾਂ? ਜੀਤੋ ਦੀ ਸੱਸ ਦਾ ਉੱਤਰ ਸੀ, 2 ਦਿਨ ਦੀ ਸਾਰੀ ਗੱਲ ਆ ਚਾਚੀ, ਪਰਸੋਂ ਨੂੰ ਜੀਤੋ ਫੇਰ ਆ ਜਾਊਗੀ। ਨਹੀਂ ਬਈ, ਜੀਤੋ ਦਾ ਜਾਣਾ ਬੜਾ ਮੁਸ਼ਕਿਲ ਹੈ। ਠੀਕ ਹੈ ਚਾਚੀ, ਜਿਵੇਂ ਤੇਰੀ ਮਰਜ਼ੀ, ਪਰ ਅਗਰ ਇੱਕ ਦਿਨ ਲਈ ਜੀਤੋ ਨੂੰ ਘੱਲ ਦਿਓ ਤਾਂ ਕੀ ਵਿਗੜ ਜਾਏਗਾ? ਦੁੱਖ ਸੁੱਖ 'ਚ ਹੀ ਕੰਮ ਆਉਣ ਨੂੰ ਤਾਂ ਸਾਕ ਬਣੇ ਨੇ। ਕਾਕਾ ਤੂੰ ਸਮਝਦਾ ਕਿਉਂ ਨਹੀਂ? ਜੀਤੋ ਦਾ ਬਾਪੂ ਵਾਂਢੇ ਗਿਆ ਹੋਇਆ, ਇਸ ਲਈ ਮੈਂ ਆਪਣੀ ਮਰਜ਼ੀ ਨਾਲ ਜੀਤੋ ਨੂੰ ਨਹੀਂ ਘੱਲ ਸਕਦੀ। ਜੀਤੋ ਦਾ ਦਿਲ ਕੀਤਾ ਕਹਿ ਦੇਵੇ ਵੀ ਬਾਪੂ ਵਾਂਢੇ ਨਹੀਂ ਗਿਆ, ਫਿਰ ਸੋਚ ਕੇ ਚੁੱਪ ਹੋ ਗਈ ਕਿ ਬੁੱਢੀ ਦੀ ਚਲਾਕੀ ਅੱਗੇ ਕੋਈ ਪੇਸ਼ ਨਹੀਂ ਚੱਲਣੀ। ਵਾਧੂ ਦੀ ਮਗਰੋਂ ਗੱਲਾਂ ਸੁਣਨੀਆਂ ਪੈਣਗੀਆਂ। ਉਹ ਮੁੰਡਾ ਚਲਾ ਗਿਆ ਇੱਕ ਨਿਰਾਸ਼ ਚਿਹਰਾ ਲੈ ਕੇ। ਉਹਦੇ ਜਾਣ ਤੋਂ ਬਾਅਦ ਜੀਤੋ ਫੇਰ ਇੱਕ ਲਾਸ਼ ਬਣ ਗਈ। ਇਹ ਕਿਹੋ ਜਿਹੀ ਖੁਸ਼ੀ ਉਹਨੂੰ ਮਿਲੀ ਸੀ ਜਿਹੜੀ ਪਲ ਵਿੱਚ ਹੀ ਖਤਮ ਹੋ ਗਈ? ਕੀ ਉਹਨੇ ਸੁਪਨਾ ਵੇਖਿਆ ਸੀ ਕਿ ਕੋਈ ਉਹਦੇ ਪਿੰਡੋਂ ਆਇਆ ਹੈ, ਪਰ ਉਹ ਖੁਸ਼ੀ ਲੈ ਕੇ ਤਾਂ ਨਹੀਂ ਸੀ ਆਇਆ। ਉਹ ਤਾਂ ਕਰਨੈਲ ਦੀ ਬਿਮਾਰੀ ਦਾ ਸੁਨੇਹਾ ਲੈ ਕੇ ਆਇਆ ਸੀ। ਕੀ ਜੀਤੋ ਦੇ ਨਸੀਬ 'ਚ ਹੁਣ ਖੁਸ਼ੀ ਬਿਲਕੁਲ ਹੀ ਨਹੀਂ ਸੀ ਰਹੀ? ਕਰਨੈਲ ਬਿਮਾਰ ਕਿਉਂ ਹੋਇਆ? ਕਿਹੜੀ ਚੀਜ਼ ਹੈ ਜਿਹੜੀ ਉਹਨੂੰ ਅੰਦਰੋਂ ਅੰਦਰ ਹੀ ਖਾਈ ਜਾਂਦੀ ਹੈ? ਉਹਨੇ ਤਾਂ ਆਪ ਖੁਸ਼ ਰਹਿਣ ਲਈ ਜੀਤੋ ਦੇ ਪੀਲੇ ਹੱਥ ਕਰਕੇ ਸੱਧਰਾਂ ਦੀ ਡੋਲੀ 'ਚ ਬਿਠਾ ਕੇ ਤੋਰਿਆ ਸੀ। ਉਹਨੇ ਤਾਂ ਆਪ ਕਿਹਾ ਸੀ, ਜੀਤੋ ਜਦ ਤੱਕ ਘਰ 'ਚ ਰਹੇਗੀ ਉੱਥੇ ਖੁਸ਼ੀ ਨਹੀਂ ਆ ਸਕਦੀ। ਕੀ ਜੀਤੋ ਨੂੰ ਘਰੋਂ ਤੋਰ ਕੇ ਉਹਨੇ ਇਹੋ ਖੁਸ਼ੀ ਹਾਸਲ ਕਰਨੀ ਸੀ? ਕਿ ਉਹਦੀ ਆਤਮਾ ਨੂੰ ਜੀਤੋ ਨਾਲ ਹੁੰਦੀ ਸਖਤੀ ਦਾ ਗਿਆਨ ਸੀ? ਕਿ ਉਹੀ ਘੁਣ ਤੇ ਨਹੀਂ ਸੀ ਜਿਹਨੇ ਉਹਨੂੰ ਇੱਕ ਲਾਸ਼ ਬਣਾ ਦਿੱਤਾ ਸੀ? ਕਿ ਜੀਤੋ ਦੀ ਸੱਧਰਾਂ ਦੀ ਡੋਲੀ ਦੇ ਜ਼ਮੀਨ 'ਤੇ ਰੱਖਣ ਨਾਲ ਹੀ ਉਹਦੀ ਖੁਸ਼ੀ ਦਾ ਸੁਪਨਾ ਟੁੱਟ ਗਿਆ ਸੀ? ਜੀਤੋ ਦੀ ਡੋਲੀ ਤਾਂ ਹੁਣ ਅਰਥੀ ਬਣਨ ਦੀ ਤਿਆਰੀ 'ਚ ਸੀ। ਜੀਤੋ ਬੂਹੇ ਵੱਲ ਵੇਖਦੀ ਰਹੀ ਜਿਸ 'ਚੋਂ ਮੁੰਡਾ ਨਿਕਲਿਆ ਸੀ। ਗਲੀ ਦੇ ਅਖੀਰ ਤੱਕ ਉਹ ਵੇਖਦੀ ਰਹੀ, ਫਿਰ ਉਹ ਓਹਲੇ ਹੋ ਗਿਆ। ਪਰ ਜੀਤੋ ਦੀਆਂ ਅੱਖਾਂ ਉੱਥੇ ਲੱਗੀਆਂ ਰਹੀਆਂ। ਖਿਆਲਾਂ ਦੀ ਜੰਜੀਰ ਉਸ ਸਮੇਂ ਟੁੱਟੀ ਜਦੋਂ ਸੱਸ ਨੇ ਕੜਕ ਕੇ ਕਿਹਾ, ਹੁਣ ਤਾਂ ਉਸ ਯਾਰ ਨੂੰ ਭੁੱਲ ਜਾ ਜਿਹੜਾ ਜੀਜਾ ਵੀ ਬਣ ਗਿਆ ਪਰ ਤੈਨੂੰ ਨਾ ਭੁੱਲ ਸਕਿਆ। ਬੀਬੀ, ਵਾਹਿਗੁਰੂ ਲਈ ਚੁੱਪ ਹੋ ਜਾ, ਚੁੱਪ ਹੋ ਜਾ, ਤੇਰੀਆਂ ਗੱਲਾਂ ਸੁਣ ਕੇ ਮੇਰੇ ਕੰਨ ਪਾੜ ਜਾਣਗੇ, ਮੈਂ ਝੱਲੀ ਹੋ ਜਾਵਾਂਗੀ। ਜੀਤੋ ਨੇ ਦੋਵਾਂ ਕੰਨਾਂ 'ਤੇ ਹੱਥ ਰੱਖ ਕੇ ਚੀਕ ਮਾਰੀ। ਸੱਚੀ ਗੱਲ ਸੁਣ ਕੇ ਹਰ ਇੱਕ ਦੇ ਕੰਨ ਪਾੜ ਜਾਂਦੇ ਐ, ਤੂੰ ਕੋਈ ਵੱਖਰੀ ਤਾਂ ਨਹੀਂ। ਕੁਛ ਤਰਸ ਖਾ ਬੀਬੀ, ਤੂੰ ਵੀ ਲੇਖਾ ਦੇਣਾ ਹੈ। ਕਿਉਂ ਗੰਦ 'ਚ ਢੀਮਾਂ ਸੁੱਟ ਕੇ ਆਪਣੇ ਆਪ 'ਤੇ ਛਿੱਟੇ ਪਵਾਉਣੀ ਹੈ? ਤੇਰੀ ਵੀ ਇੱਕ ਧੀ ਹੈ, ਤੂੰ ਵੀ ਉਹਨੂੰ ਵਿਆਹੁਣਾ ਹੈ, ਫਿਰ ਕਿਸੇ ਦੀ ਧੀ 'ਤੇ ਕਿਉਂ ਤੋਹਮਤਾਂ ਲਾਉਣੀ ਹੈ? ਗੱਲ ਹਾਲੀ ਜੀਤੋ ਦੇ ਮੂੰਹ 'ਚ ਹੀ ਸੀ। ਉਹਦੀ ਸੱਸ ਨੇ ਉਹਨੂੰ ਵਾਲਾਂ ਤੋਂ ਫੜ ਲਿਆ ਤੇ ਵਰ ਪਈ। ਨੀ ਤੱਤ ਪੜਤੀਏ, ਡੁੱਬ ਜਾਣੀਏ, ਗਰਕ ਜਾਣੀਏ, ਤੇਰੀ ਇੰਨੀ ਹਿੰਮਤ ਕਿ ਤੂੰ ਮੇਰੀ ਧੀ ਨੂੰ ਕੁਝ ਕਹੇ ਨਾ? ਮੈਂ ਤੇਰੇ ਡੱਕਰੇ ਕਰ ਦਿਆਂਗੀ, ਤੇਰੇ ਉੱਤੇ ਕਰਕੇ ਕੁੱਤਿਆਂ ਨੂੰ ਖਵਾ ਸੁੱਟਾਂਗੀ। ਡੈਣੇ ਕਮੀਨੀਏ, ਮੈਂ ਤੈਨੂੰ ਨਹੀਂ ਛੱਡਦੀ। ਇੱਥੇ ਵੀ ਯਾਰਾਂ ਨੂੰ ਬੁਲਾਉਂਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ? ਜਿਹੋ ਜਿਹੀ ਆਪ ਹੈ ਸਾਰਿਆਂ ਨੂੰ ਉਹੋ ਜਿਹਾ ਸਮਝਦੀ ਹੈ। ਆਪਣੇ ਯਾਰ ਨਾਲ ਤੈਨੂੰ ਖੇ ਖਾਂਦਿਆਂ ਸ਼ਰਮ ਨਾ ਆਈ ਜਿਹੜਾ ਕਿ ਸੁਨੇਹੇ ਘੱਲ ਘੱਲ ਕੇ ਮਰਨ ਲੱਗਾ? ਮੈਨੂੰ ਕੀ ਪਤਾ ਸੀ ਤੂੰ ਇੰਨੀ ਬਦਜ਼ਾਤ ਹੈ। ਉੱਪਰੋਂ ਮਾਰੀ ਜਾਂਦੀ ਸੀ ਤੇ ਜੀਤੋ ਇੱਕ ਬੇਜ਼ੁਬਾਨ ਗਾਂ ਦੀ ਤਰ੍ਹਾਂ ਮਾਰ ਖਾਂਦੀ ਜਾ ਰਹੀ ਸੀ। ਉਹਦੀ ਸੱਸ ਬੋਲੀ ਗਈ, ਨਾ ਤੂੰ ਕੀ ਸਮਝਦੀ ਹੈ, ਅਸੀਂ ਡੰਗਰ ਤੇ ਗਵਾਰ, ਸਾਨੂੰ ਕੁਛ ਨਹੀਂ ਪਤਾ? ਯਾਦ ਰੱਖ ਲੈ, ਜੇ ਫੇਰ ਕਦੇ ਜ਼ੁਬਾਨ ਚਲਾਈ ਤਾਂ ਗੁੱਤੜੀ ਖਿੱਚ ਕੇ ਹੱਥ ਫੜਾ ਦੂੰਗੀ, ਹਰਾਮਜ਼ਾਦੀ ਕਿਤੇ ਦੀ। ਕਹਿ ਕੇ ਜੀਤੋ ਨੂੰ ਧੱਕਾ ਦਿੱਤਾ। ਵਿਚਾਰੀ ਜਿੱਥੇ ਡਿੱਗੀ ਉੱਥੇ ਹੀ ਪਈ ਰਹੀ, ਅੱਥਰੂ ਘੇਰਦੀ ਰਹੀ, ਆਪਣੀ ਸੱਸ ਦੇ ਚਿਹਰੇ ਨੂੰ ਪਰਖਦੀ ਰਹੀ। ਕਿੰਨੇ ਪਿਆਰ ਨਾਲ ਆਓ ਭਗਤ ਕੀਤੀ ਸੀ ਉਹਦੇ ਪੇਕਿਆਂ ਤੇ ਪਿੰਡ ਦੇ ਮੁੰਡੇ ਦੀ। ਉਹਦੀ ਪ੍ਰਸ਼ੰਸਾ ਦੇ ਪੁਲ ਹੀ ਬੰਨ੍ਹ ਦਿੱਤੇ ਸੀ ਤੇ ਉਹਦੇ ਜਾਣ ਤੋਂ ਮਗਰੋਂ ਉਹਨਾਂ ਪੁਲਾਂ ਨੂੰ ਢਾਹ ਢੇਰੀ ਕਰ ਦਿੱਤਾ ਤੇ ਜੀਤੋ ਨੂੰ ਅਰਮਾਨਾਂ ਦੇ ਦਰਿਆ 'ਚ ਰੋੜ ਦਿੱਤਾ। ਅੰਗ 7ਵਾਂ। ਜੀਤੋ ਦੇ ਵਿਆਹ ਦੇ ਕੁਛ ਹੀ ਦਿਨਾਂ ਮਗਰੋਂ ਕਰਨੈਲ ਇੱਕ ਦਿਨ ਅਚਾਨਕ ਬਿਮਾਰ ਹੋ ਗਿਆ। ਬੈਠਾ ਰੋਟੀ ਖਾਣ ਲੱਗਾ, ਹਾਲੇ ਇੱਕੋ ਹੀ ਬੁਰਕੀ ਤੋੜੀ ਸੀ, ਦਿਲ 'ਚ ਦਰਦ ਸ਼ੁਰੂ ਹੋ ਗਿਆ। ਦਰਦ ਅਚਾਨਕ ਵੱਧਦਾ ਗਿਆ, ਬੁਰਕੀ ਹੱਥ 'ਚੋਂ ਡਿੱਗ ਪਈ।
ਪ੍ਰੀਤੋ ਨੇ ਘਬਰਾ ਕੇ ਉਹਦੀ ਛਾਤੀ ਨੂੰ ਹਥੇਲੀ ਨਾਲ ਜ਼ੋਰ ਦੀ ਦਬਾਇਆ। ਦਰਦ ਨਾ ਹੀ ਘਟਣੀ ਸੀ, ਨਾ ਹੀ ਘਟੀ। ਕਰਨੈਲ ਤੜਪਣ ਲੱਗ ਪਿਆ ਤੇ ਤੜਫਦਿਆਂ ਬੇਹੋਸ਼ ਹੋ ਗਿਆ। ਉਸ ਤੋਂ ਬਾਅਦ ਜਦੋਂ ਹੋਸ਼ ਆਈ ਤਾਂ ਦਰਦ ਖਤਮ ਹੋ ਗਿਆ ਸੀ, ਪਰ ਸਾਹ ਧੌਂਕਣੀ ਵਾਂਗ ਚੱਲਦਾ ਹੀ ਰਿਹਾ। ਪਾਣੀ ਦੇ 4-5 ਗਿਲਾਸ ਇਕੱਠੇ ਹੀ ਪੀ ਗਿਆ। ਫਿਰ ਜਦੋਂ ਵੀ ਉਹ ਇਕੱਲਾ ਬੈਠ ਕੇ ਸੋਚਣ ਲੱਗਦਾ, ਦਿਲ 'ਚ ਦਰਦ ਪੈਦਾ ਹੋ ਜਾਂਦਾ, ਇਵੇਂ ਹੀ ਤੜਪਦੇ ਠੰਡਾ ਹੋ ਜਾਂਦਾ। ਇਹ ਸ਼ਿਕਾਇਤ ਉਹਨੂੰ ਅਕਸਰ ਹੀ ਹੋਣੀ ਸ਼ੁਰੂ ਹੋ ਗਈ ਤੇ ਫਿਰ ਵੱਧਦੀ ਗਈ ਤੇ ਹਰ ਰੋਜ਼ ਦੀ ਹੋਣੀ ਸ਼ੁਰੂ ਹੋ ਗਈ। ਹਾਲਾਤ ਇੱਥੋਂ ਤੱਕ ਵਿਗੜ ਗਏ ਕਿ ਉਹ ਸਦਾ ਲਈ ਬਿਸਤਰਾ ਮੱਲ ਕੇ ਪੈ ਗਿਆ। ਉਹਨੂੰ ਦੁੱਖ ਸੀ ਜੀਤੋ ਦਾ। ਉਹਦੀ ਆਤਮਾ ਨੂੰ ਜੀਤੋ ਨਾਲ ਹੁੰਦੀ ਸਖਤੀ ਦਾ ਸਭ ਗਿਆਨ ਸੀ। ਉਹਦੀ ਆਤਮਾ ਸਦਾ ਹੀ ਉਹਨੂੰ ਤੰਗ ਕਰਦੀ ਤੇ ਉਹ ਹਰ ਦੁੱਖ ਆਪਣੇ ਤਨ ਤੇ ਮਨ ਤੇ ਸਹਿਣ ਲੱਗ ਪਿਆ। ਪਹਿਲੇ ਤਾਂ ਮਨ ਹੀ ਮਨ ਘੁਲਦਾ ਰਿਹਾ, ਫਿਰ ਮਨ ਦੀ ਅੱਗ ਬਾਹਰ ਵੀ ਦਿਸਣ ਲੱਗ ਗਈ। ਹਰ ਵੇਲੇ ਉਹ ਜੀਤੋ ਨੂੰ ਯਾਦ ਕਰਦਾ। ਉਹ ਆਪਣੇ ਆਪ ਨੂੰ ਬੁਰਾ ਭਲਾ ਕਹਿੰਦਾ ਤੇ ਬੁਜ਼ਦਿਲ ਸਮਝਦਾ, ਜਿਹੜਾ ਕਿ ਉਹਨੂੰ ਮੰਗ ਨਾ ਸਕਿਆ, ਆਪਣੇ ਪਿਆਰ ਦਾ ਵਰਣਨ ਨਾ ਕਰ ਸਕਿਆ ਤੇ ਇੱਕ ਰੋਗ ਲਾ ਬੈਠਾ। ਕਰਨੈਲ ਦੇ ਮਾਤਾ ਪਿਤਾ ਵੀ ਉਹਨੂੰ ਮਿਲਣ ਆ ਗਏ ਤੇ ਸੁਲ੍ਹਾ ਹੋ ਗਈ। ਉਹਨਾਂ ਨੇ ਉਹਨੂੰ ਮਾਫ਼ ਕਰ ਦਿੱਤਾ ਤੇ ਪ੍ਰੀਤੋ ਨੂੰ ਨੂੰਹ ਸਵੀਕਾਰ ਕਰ ਲਿਆ। ਉਹਨਾਂ ਨੇ ਕਰਨੈਲ ਦੇ ਇਲਾਜ 'ਚ ਕੋਈ ਕਸਰ ਨਾ ਛੱਡੀ। ਅੰਤ 'ਚ ਹਾਰ ਗਏ। ਫਿਰ ਕਰਨੈਲ ਦੇ ਕਹਿਣ 'ਤੇ ਜੀਤੋ ਨੂੰ ਮੰਗਵਾਉਣ ਲਈ ਇੱਕ ਮੁੰਡਾ ਭੇਜਿਆ, ਜਿਹੜਾ ਨਿਰਾਸ਼ ਤੇ ਉਦਾਸ ਚਿਹਰਾ ਲੈ ਕੇ ਵਾਪਸ ਆ ਗਿਆ। ਦਰਵਾਜ਼ੇ 'ਚ ਵੜਦਿਆਂ ਹੀ ਕਰਨੈਲ ਦੀਆਂ ਅੱਖਾਂ ਦਾ ਸਾਹਮਣਾ ਹੋ ਗਿਆ, ਜਿਹੜੀਆਂ ਦਰਵਾਜ਼ੇ 'ਤੇ ਲੱਗੀਆਂ ਉਡੀਕਦੀਆਂ ਸਨ। ਅੱਖਾਂ 'ਚ ਪਲ ਭਰ ਲਈ ਚਮਕ ਆ ਗਈ। ਉਹਨੇ ਉੱਠ ਕੇ ਬੈਠਣ ਦੀ ਕੋਸ਼ਿਸ਼ ਕੀਤੀ, ਉੱਠ ਨਾ ਸਕਿਆ। ਮੁੰਡਾ ਅੰਦਰ ਆ ਗਿਆ, ਪਰ ਉਹਦੇ ਮਗਰ ਕੋਈ ਨਾ ਆਇਆ। ਚਮਕ ਫੇਰ ਮਿਟ ਗਈ। ਅੱਖਾਂ ਫੇਰ ਉਦਾਸ ਹੋ ਗਈਆਂ। ਧੜਕਣਾਂ ਦੀ ਰਫ਼ਤਾਰ ਫੇਰ ਮੱਧਮ ਹੋ ਗਈ। ਕਰਨੈਲ ਨੇ ਕਾਹਲੀ ਨਾਲ ਪੁੱਛਿਆ, ਜੀਤੋ ਨਹੀਂ ਆਈ? ਧੰਨਵਾਦ। ਚੱਲਦਾ।